मैं मूर्ख की केतक बात है, कोट पराधी तरया रे। गुरु नानक जिन सुनिया पेखिया, से फिर गुरबास ना परया रे। सुनी अरदास स्वामी मेरे, सर्व कला बन आई। प्रगट भई सगले जुग अंतर, गुरु नानक की वड्याई। तिन बेदियन की कुल बिखे, प्रगटे नानक राय। सब सिखन का सुख दए, चह तह भय सहाय। आद निरंजन है गुरु नानक, धर कै मूरत है जग आयो। लोक सुन्यो पर लोक सुन्यो, बिद लोक सुन्यो सब दर्शन पायो। संगत पार उतारन को गुरु नानक साहिब पंथ चलायो। वाहे गुरु गुरु नानक साहिब, तार कै मूरत है जग आयो। वाहे गुरु गुरु नानक साहिब, तार कै मूरत है जग आयो। सतनाम श्री वाहिगुरु साहिब जी। गुण गावै पायाल, भगत नागाद भुजंगम। महादेव गुण रवै, सदा जोगी जात जंगम। गुण गावह मुन व्यास, जिन वेद व्याकरण विचारे। ब्रह्मा गुण उचरै, जिन हुक्म सब श्रेष्ठ सवारी। ब्रह्मांड खंड पूर्ण ब्रह्म, गुण निर्गुण सम जाणियो। जब काल सुजस नानक गुर, सहज जोग जिन माणियो। गुण गावै पयाल, भगत नागाद भुजंगम। वाहिगुरु जी का खालसा, वाहिगुरु जी की फतेह। धन धन गरीब नवाज पतित पावन
ਲੋਕ ਪ੍ਰਲੋਕ ਦੇ ਸਹਾਇਕ, ਦੀਨ ਦੁਨੀਆ ਦੇ ਪਾਲਕ, ਵਾਲੀ ਦੋ ਜਹਾਨ, ਦਸਾਂ ਹੀ ਪਾਤਸ਼ਾਹੀਆਂ ਜੀ ਦੀ ਕਿਆਤਮਕ ਜੋਤ, ਤਖਤ ਚੌਰ ਛਤਰ ਕੇ ਮਾਲਕ, ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਨੇ ਸਾਡੇ 'ਤੇ ਮਹਾਨ ਕਿਰਪਾਲਤਾ ਕੀਤੀ ਹੈ। ਸੁਬਾਹ ਅੰਮ੍ਰਿਤ ਵੇਲੇ ਆਪਣੇ ਤਖਤ 'ਤੇ ਸਜ ਧਜ ਕੇ ਪ੍ਰਕਾਸ਼ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ ਕੇ ਨਦਰ ਨਿਹਾਲ ਕਰ ਰਹੇ ਹਨ। ਗੁਰਮੁਖ ਪਿਆਰੇ ਗੁਰਮੁਖ ਰੂਹਾਂ, ਜਿਨ੍ਹਾਂ ਦੇ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੈ, ਜਿਨ੍ਹਾਂ ਨੂੰ ਸਤਿਗੁਰਾਂ ਨੇ ਮਹਾਨ ਭਲਾ ਉਦਮ ਬਖਸ਼ਿਆ ਹੋਇਆ ਹੈ। ਸੁਬਾਹ ਅੰਮ੍ਰਿਤ ਵੇਲੇ ਤੋਂ ਹੀ ਇਸ਼ਨਾਨ ਪਾਨ ਕਰਕੇ ਗੁਰਾਂ ਦੀ ਸੇਵਾ ਵਿੱਚ ਹਾਜ਼ਰ ਹਨ। ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕਰਕੇ, ਬਾਣੀ ਪੜ੍ਹ ਕੇ, ਗੁਰੂ ਕੇ ਹਜ਼ੂਰ ਹਾਜ਼ਰੀ ਲਵਾ ਕੇ, ਸਤਿਗੁਰੂ ਪਾਤਸ਼ਾਹ ਨੂੰ ਨਮਸਕਾਰਾਂ ਕਰਕੇ ਗੁਰੂ ਕੀ ਸੇਵਾ ਵਿੱਚ ਹਾਜ਼ਰ ਹੋ ਕੇ ਆਪਣਾ ਜੀਵਨ ਸਫਲ ਕਰ ਰਹੇ ਨੇ। ਜਿੱਥੇ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਆ, ਅੰਮ੍ਰਿਤ ਬਾਣੀ ਦੇ ਨਿਤਨੇਮ, ਬਾਣੀ ਦੇ ਜਾਪ ਬਖਸ਼ਿਸ਼ ਕੀਤੇ ਨੇ, ਉੱਥੇ ਸਤਿਗੁਰਾਂ ਦੀ ਹੋਰ ਮਹਾਨ ਰਹਿਮਤ ਜੋ ਕਈ ਦਿਨਾਂ ਤੋਂ ਆਪਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਮਹਿਮਾ ਦੇ ਵਿੱਚ ਜੋ ਭੱਟਾਂ ਨੇ ਸਵਈਏ ਵਿਚਾਰਨ ਕੀਤੇ ਹੈ, ਉਹਨਾਂ ਦੇ ਵਿਚਾਰ ਵੀ ਸਰਵਣ ਕਰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਦੀ ਮਹਾਨ ਮਹਿਮਾ ਹੈ। ਗੁਰਬਾਣੀ ਅੰਦਰ ਅਸੀਂ ਆਮ ਗੁਰੂ ਨਾਨਕ ਸਾਹਿਬ ਦੀ ਮਹਿਮਾ ਇਤਿਹਾਸ ਦੁਆਰਾ ਸੁਣਦੇ ਰਹਿੰਦੇ ਹਾਂ ਵੀ ਸਭ ਤੋਂ ਵੱਡਾ ਗੁਰੂ ਨਾਨਕ ਪਾਤਸ਼ਾਹ ਹੀ ਹੈ। ਅੱਗੇ ਉਸੇ ਪਾਤਸ਼ਾਹ ਮਹਾਰਾਜ ਜੀ ਨੇ 10 ਜੋਤਾਂ ਧਾਰਨ ਕਰਕੇ ਫਿਰ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਸਮਾ ਗਏ ਨੇ। ਅਤੇ ਅਸੀਂ ਪੜ੍ਹਦੇ ਵੀ ਹਾਂ ਪ੍ਰਗਟ ਗੁਰਾਂਗੀ ਦੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਉਹਦਾ ਭਾਵ ਵੀ 10 ਹੀ ਪਾਤਸ਼ਾਹੀਆਂ ਦੇ ਸਰੂਪ ਨੇ। ਗੁਰੂ ਪਾਤਸ਼ਾਹ ਰਹਿਮਤ ਕਰੇ, ਬਖਸ਼ਿਸ਼ ਕਰੇ, ਮਿਹਰ ਕਰੇ, ਸਾਨੂੰ ਬੋਧ ਆ ਜਾਵੇ, ਸਾਨੂੰ ਭਰੋਸਾ ਵੱਧ ਜਾਵੇ। 10 ਹੀ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਸਮਾਏ ਹੋਏ ਨੇ। ਤਾਂ ਹੀ ਸਾਡੀਆਂ ਰਜੂਈਆਂ ਸੁਣਦੇ ਨੇ ਸਤ ਸੰਗ ਜੀ। ਸਾਡੇ ਕਰਮਾਂ ਫਲ ਦਾਤੇ ਵੀ ਹਨ ਗੁਰੂ ਪਾਤਸ਼ਾਹ ਮਹਾਰਾਜ ਜੀ। ਅਤੇ ਬਹੁਤਾ ਭਗਤੀ ਭਾਵ ਹੋਏ, ਕਰਮ ਜਿਹੜੇ ਲਿਖੇ ਉਹਨਾਂ ਨੂੰ ਕੱਟਣ ਵਾਲੇ ਵੀ ਸਾਡੇ ਜਿਹੜੇ ਆ ਬੁਰੇ ਕਰਮਾਂ ਨੂੰ ਕੱਟਣ ਦੇ ਸਮਰੱਥ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਚਰਨ ਸਰਨ ਹੈ। ਇਸੇ ਦੀਨ ਦਿਆਲ ਸਤਿਗੁਰਾਂ ਦੀ ਮਹਾਨ ਬਖਸ਼ਿਸ਼, ਜਿਨ੍ਹਾਂ ਦੇ ਵਿੱਚ ਸਾਧ ਸੰਗਤ ਜੀ ਜਿੱਥੇ ਗੁਰੂ ਸਰੂਪ ਸਮਾਏ ਹੋਏ ਨੇ, 10 ਗੁਰੂ ਹਾਜ਼ਰਾ ਹਜ਼ੂਰ ਨੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੋਤੀ ਸਰੂਪ ਜਾਂ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਉੱਥੇ ਸਾਧ ਸੰਗਤ ਜੀ ਸਾਰੇ ਭਗਤ ਸੰਤ ਉਹ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਵਿੱਚ ਹੀ ਸਾਧ ਸੰਗਤ ਜੀ ਸਮਾਏ ਹੋਏ ਨੇ। ਜੋਤੀ ਸਰੂਪ ਤਾਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ। ਉਹਨਾਂ ਦੇ ਵਿੱਚੋਂ ਹੀ ਸਾਧ ਸੰਗਤ ਜੀ 17 ਭੱਟ ਨੇ, ਉਹਨਾਂ ਨੇ ਮਹਿਮਾ ਕੀਤੀ ਆ ਗੁਰੂ ਮਹਾਰਾਜ ਦੀ। ਉਹੀ ਮਹਿਮਾ ਹੁਣ ਚੱਲ ਰਹੀ। ਮੈਂ ਫਿਰ ਯਾਦ ਕਰਾ ਦਿਆਂ ਥਾਨਕਾ। ਉਹ ਥਾਨਕਾ ਕਹਿੰਦੇ ਆ, ਉਹ ਥਾਨ ਜਿੱਥੇ ਇਹ ਗੁਰਬਾਣੀ ਉਚਾਰਨ ਕੀਤੀ ਗਈ, ਉਹ ਥਾਨਕਾ ਦਾ ਭਾਵ ਇਹ ਹੁੰਦਾ, ਉਹ ਥਾਨ ਜਿੱਥੇ ਇਹ ਬਾਣੀ ਉਚਾਰਨ ਕੀਤੀ ਗਈ ਹੈ, ਜਿਹਨੂੰ ਕਹਿੰਦੇ ਉਸ ਬਾਣੀ ਦੀ ਬੈਕਗਰਾਊਂਡ ਜਾਂ ਬਾਣੀ ਦਾ ਕੀ ਫਲ ਪੜ੍ਹਨ ਦਾ, ਇਹ ਸਾਰੇ ਉਹ ਥਾਨਕਾ ਦੇ ਵਿੱਚ ਹੀ ਆ ਜਾਂਦੇ ਨੇ। ਤੋ ਪਿਛਲੇ ਦਿਨਾਂ 'ਚ ਵੀ ਦੱਸਿਆ ਸੀ, ਖਿਆਲ ਆਇਆ ਵੀ ਕਈ ਗੱਲਾਂ ਭੁੱਲ ਜਾਂਦੀਆਂ ਨੇ, ਫਿਰ ਯਾਦ ਕਰਾ ਦਈਏ, ਦ੍ਰਿੜ ਕਰਵਾ ਦਈਏ, ਕਿਉਂਕਿ ਕੱਲ੍ਹ ਨੂੰ ਇਸ ਵਿਚਾਰਾਂ ਦੀ ਸੰਪੂਰਨਤਾ ਹੋ ਜਾਣੀ ਆ ਵਿਚਾਰ ਦੀ। ਅੱਗੇ ਫਿਰ ਹੋਰ ਬਾਣੀ ਦੀ ਕਥਾ ਜੋ ਪਾਤਸ਼ਾਹ ਮਹਾਰਾਜ ਜੀ ਬਖਸ਼ ਕਰਨਗੇ ਵਿਚਾਰ ਹੋਏਗੀ। ਤੋ ਸਾਧ ਸੰਗਤ ਜੀ ਦੱਸਿਆ ਸੀ ਪਿਛਲੇ ਦਿਨਾਂ ਵੀ, ਨੋਟ ਕਰਿਆ ਕਰੋ, ਯਾਦ ਰੱਖਿਆ ਕਰੀਏ, ਫਿਰ ਅੱਛਾ ਹੁੰਦਾ। ਹੋਰ ਬਾਣੀ 'ਤੇ ਸ਼ਰਧਾ ਵੱਜਦੀ ਹੈ।
ਤੇ ਬਾਣੀ ਦੀ ਸ਼ਰਧਾ ਵੱਜ ਗਈ ਸਾਡਾ ਪ੍ਰਸਾਦ ਸਿੰਘ ਜੀ ਜੀਵਨ ਸਫਲਾ ਹੀ ਹੋ ਜਾਂਦਾ। ਗੱਲ ਸਾਰੀ ਕਥਾ ਵਾਰਤਾ ਕਰਨੀ, ਕਹਾਣੀਆਂ ਸੁਣਾਉਣੀਆਂ ਸ਼ਰਧਾ ਵੱਜਣ 'ਤੇ ਹੀ ਹੈ। ਅਤੇ ਜੇ ਸ਼ਰਧਾ ਜਿਹੜੀ ਉਹ ਸਾਰੇ ਜਪਾਂ ਤਪਾਂ ਦਾ ਮੁੱਢ ਹੁੰਦੀ ਹੈ। ਸਾਧ ਸੰਗਤ ਜੀ ਸਾਰੇ ਜਪ ਤਪ ਸੰਜਮ ਸ਼ਰਧਾ ਦੇ ਵਿੱਚ ਆ ਜਾਂਦੇ ਨੇ। ਗੁਰੂ ਪਾਤਸ਼ਾਹ ਰਹਿਮਤ ਕਰਨ, ਸਾਨੂੰ ਸ਼ਰਧਾ ਬਖਸ਼ਿਸ਼ ਕਰਨ। ਤੋ ਸਾਧ ਸੰਗਤ ਜੀ ਪਿਛਲੇ ਦਿਨਾਂ ਵੀ ਦੱਸਿਆ ਸੀ ਵੀ ਇੱਕ ਵਾਰ ਉਥਾਨਕਾ ਫਿਰ ਯਾਦ ਕਰਾ ਦਈਏ। ਇੱਕ ਵਾਰ ਦੇਵਤਿਆਂ ਦੀ ਸਭਾ ਲੱਗੀ ਹੋਈ ਸੀ। ਸਾਰੇ ਦੇਵਤੇ ਸਭਾ ਵਿੱਚ ਵਾਰੀ ਵਾਰੀ ਪਹੁੰਚ ਰਹੇ ਸਨ। ਤੇ ਜਦੋਂ ਵਿਸ਼ਨੂੰ ਜੀ ਆਏ ਨੇ, ਉਸ ਸਮੇਂ ਬ੍ਰਹਮਾ ਨੇ ਅਥਵਾ ਚਾਰਾਂ ਹੀ ਵੇਦਾਂ ਨੇ, ਬ੍ਰਹਮਾ ਨੇ ਅਤੇ ਚਾਰੇ ਵੇਦਾਂ ਨੇ ਉਹਨਾਂ ਦਾ ਸਤਿਕਾਰ ਕੋਈ ਨਾ ਕੀਤਾ। ਇਹਨੂੰ ਅਹੰ ਭਾਵ ਆ ਗਿਆ, ਹਉਮੈ ਆ ਗਈ। ਬ੍ਰਹਮਾ ਨੇ ਕਿਹਾ ਕਿ ਮੈਂ ਸ੍ਰਿਸ਼ਟੀ ਦਾ ਕਰਤਾ ਹਾਂ, ਮੇਰੇ ਕਰਕੇ ਵੇਦ ਹੋਏ ਨੇ। ਇਹ ਅਹੰ ਭਾਵ ਬ੍ਰਹਮਾ ਨੂੰ ਹੋਇਆ। ਅਤੇ ਵੇਦਾਂ ਨੂੰ ਜਿਹੜੇ ਸਰੂਪ ਧਾਰਨ ਕੀਤੇ ਹੋਏ ਸਨ ਉਹਨਾਂ ਨੇ ਇਹ ਕਿਹਾ, ਉਹਨਾਂ ਨੇ ਇਹ ਹਉਮੈ ਸੀ ਵੀ ਸਾਨੂੰ ਪੜ੍ਹ ਕੇ ਹੀ ਤਾਂ ਲੋਕ ਜਗਤ ਦੀ ਮਰਜ਼ਾਦਾ ਜਾਣਦੇ ਨੇ, ਕਰਮ ਧਰਮ ਕਰਦੇ ਹਨ। ਇਹ ਹਉਮੈ ਸੀ ਸਾਧ ਸੰਗਤ ਜੀ। ਅਤੇ ਇਸ ਹਉਮੈ ਦੇ ਅਧੀਨ ਹੋ ਕਰਕੇ ਉਹਨਾਂ ਨੇ ਵਿਸ਼ਨੂੰ ਜੀ ਨੂੰ ਨਮਸਕਾਰ ਹੀ ਨਾ ਕੀਤੀ, ਖੜ੍ਹੇ ਹੀ ਨਾ ਹੋਏ ਸਤਿਕਾਰ ਲਈ। ਤਾਂ ਵਿਸ਼ਨੂੰ ਜੀ ਨੇ ਕਿਹਾ ਵੀ ਜਗਤ ਦੀ ਮਰਜ਼ਾਦਾ ਜਿਹੜੀ ਉਹ ਵੀ ਰੱਖਣੀ ਨਾ। ਵੱਡਿਆਂ ਦੀ ਮਰਜ਼ਾਦਾ ਹੁੰਦੀ, ਵੱਡੇ ਦੀ ਵਡਿਆਈ ਹੁੰਦੀ ਵੀ ਸਤਿਕਾਰ ਨਾ ਕਰੀਏ, ਠੀਕ ਨਹੀਂ ਆ। ਅਹੰ ਭਾਵ ਹੁੰਦਾ ਜਾਂ ਅਗਿਆਨ ਦੇ ਵਸ ਜਾਂ ਹਉਮੈ ਦੇ ਅਧੀਨ। ਹਉਮੈ ਪ੍ਰਬਲ ਹੋ ਜਾਵੇ ਫਿਰ ਕਿਸੇ ਦਾ ਵੱਡੇ ਦਾ ਸਤਿਕਾਰ ਨਹੀਂ ਕਰਦੇ ਅਸੀਂ, ਜਾਂ ਅਗਿਆਨ ਦੇ ਵਸ ਹੋਇਆ ਦੋ ਹੀ ਕਾਰਨ ਹੁੰਦੇ ਨੇ ਕਿਸੇ ਦੇ ਵੱਡੇ ਦਾ ਸਤਿਕਾਰ ਨਾ ਕਰਨਾ। ਇੱਕ ਦੋ ਕੁਛ ਹੋਰ ਵੀ ਕਾਰਨ ਹੁੰਦੇ ਨੇ, ਜਿਵੇਂ ਕਿਰਤ ਘਣਕਾ ਹੋਈ ਜਾਣਦੇ ਹੋਇਆਂ ਵੀ ਉਹ ਹੁੰਦੀ ਹੈ ਕਿਰਤ ਘਣਤਾ ਜਾਂ ਅਹੰ ਹਉਮੈ ਹੰਕਾਰ ਈਰਖਾ। ਇਹ ਸਾਰੇ ਫਿਰ ਔਗਣ ਹੋ ਜਾਂਦੇ ਨੇ ਇਕੱਠੇ। ਤਾਂ ਕਰਕੇ ਫਿਰ ਐਸਾ ਹੋਇਆ ਉਹਨਾਂ ਨੂੰ ਇਹ ਹੰਕਾਰ ਸੀ। ਵਿਸ਼ਨੂੰ ਜੀਆਂ ਨੂੰ ਨਮਸਕਾਰ ਨਾ ਕਰੀ। ਉਹਨਾਂ ਨੇ ਕਿਹਾ ਵੀ ਜੇ ਰੀਤੀ ਖਰਾਬ ਹੋ ਜਾਵੇਗੀ, ਮਰਜ਼ਾਦਾ ਵਿਗੜ ਜਾਵੇਗੀ, ਤਾਂ ਕਿਸੇ ਦਾ ਕੋਈ ਵੱਡਿਆਂ ਦਾ ਸਤਿਕਾਰ ਹੀ ਨਹੀਂ ਕਰੇਗਾ। ਇਸ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਨੇ ਕਿਹਾ ਓਏ ਤੁਸੀਂ ਇਹ ਕੀ ਕੀਤਾ, ਇੱਥੇ ਹਉਮੈ ਵਾਲਿਆਂ ਨੂੰ ਹੰਕਾਰ ਵਾਲਿਆਂ ਨੂੰ ਜਗ੍ਹਾ ਨਹੀਂ ਹੈ ਦੇਵਤਾ ਮੰਡਲ ਵਾਲੇ, ਚਲੋ ਧਰਤੀ 'ਤੇ ਗਿਰੋ ਤੁਸੀਂ। ਤਾਂ ਫਿਰ ਵੀ ਇਹਨਾਂ ਨੇ ਕੁਛ ਪੜ੍ਹੇ ਸਨ, ਬੋਧ ਸੀ, ਦੇਵਤੇ ਲੋਕ ਸਨ, ਸਮਝ ਆਈ। ਯਕਦਮ ਹੀ ਨਿਮਰ ਭਾਵ ਵਿੱਚ ਹੋ ਕੇ ਬੇਨਤੀ ਕੀਤੀ, ਮਹਾਰਾਜ ਬੜੀ ਵੱਡੀ ਭੁੱਲ ਹੋ ਗਈ ਸਾਡੇ ਕੋਲੋਂ, ਸਾਨੂੰ ਬਖਸ਼ ਲਓ। ਤੁਹਾਡਾ ਜਿਹੜਾ ਬਚਨਾ ਹੈ ਸਫਲ ਹੋ ਜਾਣਾ ਹੈ। ਇਹ ਸਰਾਪ ਰੂਪੀ ਬਚਨ ਜੋ ਦਿੱਤਾ ਨਾ ਸਾਨੂੰ, ਧਰਤੀ 'ਤੇ ਜਾਓ ਅਤੇ ਕਿਰਪਾਲਤਾ ਕਰੋ, ਜਾਣਾ ਸਾਨੂੰ ਪੈਣਾ ਹੈ, ਮਿਹਰ ਕਰੋ, ਰੱਖ ਲਓ ਵੀ ਕਦੋਂ ਵਾਪਸ ਆਵਾਂਗੇ। ਉਹਨਾਂ ਨੇ ਕਿਹਾ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਅਵਤਾਰ ਆਉਣਗੇ, ਵੱਡੇ ਅਵਤਾਰ ਆਉਣਾ ਧਰਤੀ 'ਤੇ ਸੰਸਾਰ ਦੇ ਕਲਿਆਣ ਲਈ। ਉਹਨਾਂ ਦਾ ਪੰਜਵਾਂ ਸਰੂਪ ਅੰਮ੍ਰਿਤਸਰ ਸਾਹਿਬ ਜੀ ਵਿਖੇ ਗੁਰਬਾਣੀ ਦੀ ਰਚਨਾ ਕਰਨਗੇ। ਉੱਥੇ ਪਹੁੰਚੇ, ਉੱਥੇ ਉਹਨਾਂ ਦੇ ਹਜ਼ੂਰ ਜਾਇਓ, ਫਿਰ ਤੁਹਾਡੀ ਇਹ ਕਲਿਆਣ ਹੋਵੇਗੀ। ਉਹਨਾਂ ਬਚਨਾਂ ਅਨੁਸਾਰ ਸਾਧ ਸੰਗਤ ਜੀ ਕਾਂਸੀ ਵਿੱਚ ਇੱਕ ਭੱਟਨਾਮੇ ਸੰਗਿਆ ਕਰਕੇ, ਮੇਰਾ ਖਲਕ ਮੈਨੂੰ ਯਾਦ ਜਪ ਲੱਗਾ, ਬ੍ਰਾਹਮਣ ਸੀ, ਉਹਦੇ ਘਰੇ ਉਹਨਾਂ ਨੇ ਜਨਮ ਲਿਆ। 17 ਨੇ ਚਾਰੇ ਵੇਦਾਂ ਨੇ ਚਾਰ ਚਰਾ ਸਰੂਪ ਧਾਰਨ ਕੀਤੇ। ਚੌਕ ਚੌਕੀ 16 ਅਤੇ 17ਵਾਂ ਭਿੱਖਾ ਜੀ ਮੁਖ ਹੋਇਆ ਉਹਨਾਂ ਦਾ। ਚਲੋ ਜਨਮ ਲੈ ਲਿਆ,
ਪੜ੍ਹਾਈ ਲਿਖਾਈ ਹੋਈ, ਬਾਲ ਅਵਸਥਾ ਤੋਂ ਕਿਸ਼ੋਰ ਅਵਸਥਾ, ਫਿਰ ਜਵਾਨ ਹੋਏ, ਪੜ੍ਹਾਈ ਲਿਖਾਈ ਹੋ ਗਈ। ਪਿਛਲਾ ਬੋਧ ਤਾਂ ਸੀ ਹੀ ਕਿ ਅਸੀਂ ਧਰਤੀ 'ਤੇ ਆਏ ਹਾਂ, ਕਲਿਆਣ ਸਾਡਾ ਜਿਵੇਂ ਹੋਣਾ ਇਹਨਾਂ ਨੂੰ ਅਵਸਥਾ ਉਹ ਬੋਧ ਸੀ। ਤਾਂ ਫਿਰ ਇਹਨਾਂ ਨੇ ਕੰਸੀ ਤੋਂ ਅੱਗੇ ਭਰਮਣਾ ਕੀਤਾ, ਆਪਣੇ ਕਲਿਆਣ ਲਈ ਖੋਜ ਕਰਨੀ ਸ਼ੁਰੂ ਕੀਤੀ। ਧਰਤੀ 'ਤੇ ਫਿਰਦਿਆਂ ਫਰਾਉਂਦਿਆਂ ਘੁਮਾਉਂਦਿਆਂ ਸਾਧ ਸੰਗਤ ਜੀ ਘੁੰਮਦਿਆਂ ਹੋਇਆਂ ਗੁਰਬਾਣੀ ਵਿੱਚ ਇਹਦਾ ਜ਼ਿਕਰ ਵੀ ਹੈ, ਪ੍ਰਮਾਣ ਵੀ ਹੈ। ਬਰਸ ਏਕ ਹੋਂ ਫਿਰਿਓ ਕਨੈ ਨਹੁ ਪਰਚਉ ਲਾਇਓ। 1 ਸਾਲ ਘੁੰਮਦੇ ਘੁੰਮਦੇ ਸਾਧ ਸੰਗਤ ਜੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਆਏ। ਅੰਮ੍ਰਿਤਸਰ ਸਾਹਿਬ ਵਿਖੇ ਜਦੋਂ ਪਤਾ ਲੱਗਿਆ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸ੍ਰੀ ਰਾਮਸਰ ਸਾਹਿਬ ਜੀ ਵਿਖੇ ਸੁਭਾਏਮਾਨ ਹਨ, ਗੁਰਬਾਣੀ ਰਚਨਾ ਕਰ ਰਹੇ ਹਨ, ਇਹ ਭੱਟ ਸਾਰੇ ਉੱਥੇ ਚਲੇ ਗਏ ਗੁਰਾਂ ਦੇ ਹਜ਼ੂਰ। ਜਦੋਂ ਜਾ ਕੇ ਦਰਸ਼ਨਦਾਰੇ ਕੀਤੇ, ਇੱਕਦਮ ਮਨ ਨੂੰ ਕਰੰਟ ਜਿਹਾ ਲੱਗਿਆ, ਪ੍ਰਸੰਨਤਾ ਜੀ ਹੋਈ, ਕੁਛ ਚੇਤਨਤਾ ਆਈ ਮਨ ਦੇ ਵਿੱਚ ਦਰਸ਼ਨ ਕਰਦਿਆਂ ਹੀ। ਫਿਰ ਨਮਸਕਾਰ ਕੀਤੀ ਗੁਰੂ ਦੇ ਚਰਨਾਂ 'ਤੇ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕੀਤੀ। ਫਿਰ ਹੋਰ ਕਪਾਟ ਖੁੱਲ੍ਹ ਗਏ, ਇਹ ਬੋਧ ਹੋਰ ਹੋ ਗਿਆ, ਨਿਸ਼ਚਾ ਹੋ ਗਿਆ ਵੀ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਰੂਪ ਹਨ, ਇਹਨਾਂ ਤੋਂ ਸਾਡੀ ਕਲਿਆਣ ਹੋਣੀ ਹੈ। ਨਿਸ਼ਚਾ ਬਚ ਗਿਆ। ਤੋਂ ਬਚਨ ਬਲਾਸ ਸ਼ੁਰੂ ਹੋਏ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ। ਮਹਾਰਾਜ ਜੀ ਨੇ ਜੋ ਬਚਨ ਬਲਾਸ ਹੋਏ ਪਿਛਲੇ ਦਿਨਾਂ ਵੀ ਸਾਂਝੇ ਕੀਤੇ ਸੀ ਆਪਾਂ। ਤੋਂ ਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਵੀ ਤੁਸੀਂ ਫਿਰ ਬਾਣੀ ਮਹਿਮਾ ਉਚਾਰਨ ਕਰੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ, ਫਿਰ ਤੁਹਾਡਾ ਕਲਿਆਣ ਹੋਵੇਗਾ। ਉਸ ਪਿਛਲੇ ਵਿਚਾਰ ਨੂੰ ਸਮਝਦਿਆਂ ਹੋਇਆ ਮਹਾਰਾਜ ਨੇ ਇਹਨੇ ਕਿਹਾ, ਭੱਟਾਂ ਨੇ ਕਿਹਾ ਮਹਾਰਾਜ ਨੂੰ ਇਉਂ ਕਰੋ ਵੀ ਦੱਸੋ ਜਿਹੜੀ ਮਹਿਮਾ ਉਚਾਰਨ ਬਾਣੀ ਕਿਸ ਰੀਤੀ ਨਾਲ ਸੀ ਉਚਾਰਨ ਕਰੀਏ। ਫਿਰ ਗੁਰੂ ਪਾਤਸ਼ਾਹ ਨੇ ਰੀਤੀ ਦੱਸੀ। ਪਹਿਲਾਂ 20 ਸਵਈਏ ਉਚਾਰਨ ਕੀਤੇ ਨੇ ਸਾਧ ਸੰਗਤ ਜੀ। ਗੁਰੂ ਨਾਨਕ ਸਾਹਿਬ ਦੀ ਭੇਟਤਾ ਪਰਮੇਸ਼ਰ ਜੀ ਨਾਲ ਅਤੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸਵਈਏ ਉਚਾਰਨ ਕੀਤੇ। ਪੜ੍ਹ ਕੇ ਇਹਨਾਂ ਨੂੰ ਵਾਹ ਉਚਾਰ ਕੇ ਉਹ ਦੱਸਿਆ, ਬੋਧ ਕਰਵਾਇਆ ਵੀ ਇਸ ਰੀਤੀ ਨਾਲ ਬਾਣੀ ਉਚਾਰਨ ਕਰੋ। ਫਿਰ ਇਹਨਾਂ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਮਹਿਮਾ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ ਮਹਿਮਾ, ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਮਹਿਮਾ, ਗੁਰੂ ਰਾਮਦਾਸ ਸਾਹਿਬ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਜੀ ਦੀ ਮਹਿਮਾ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ਼ਾਂਤੀ ਸਰੂਪ, ਐਸੇ ਦੀਨ ਦਿਆਲ 5 ਸਤਿਗੁਰਾਂ ਦੀ ਮਹਿਮਾ ਜੋ ਸਤਿਗੁਰਾਂ ਦੇ ਹਜ਼ੂਰ ਕੀਤੀ ਸਾਧ ਸੰਗਤ ਰਾਮਸਰ ਸਾਹਿਬ ਦੇ ਧਰਤੀ 'ਤੇ। ਤੋ ਫਿਰ ਇਹ ਜਿਹੜੇ ਆਪਾਂ ਸਵਈਏ ਕਥਾ ਕਈ ਦਿਨਾਂ ਤੋਂ ਸਰਵਣ ਕਰ ਰਹੇ, ਇਹ ਗੁਰੂ ਨਾਨਕ ਸਾਹਿਬ ਦੀ ਮਹਿਮਾ ਵਿੱਚ ਉਚਾਰਨ ਕੀਤੇ ਨੇ ਸਾਨੂੰ ਸਾਧ ਸੰਗਤ ਜੀ। ਉਹਨਾਂ ਵਿੱਚ 2 ਸਵਈਏ ਰਹਿ ਗਏ ਨੇ, ਇੱਕ ਅੱਜ ਉਚਾਰਾਂਗੇ, ਕੱਲ੍ਹ ਨੂੰ ਵਿਚਾਰ ਕਰਾਂਗੇ। ਵਾਹਿਗੁਰੂ ਜੀ। ਤੋ ਇਹ ਭੱਟ ਸਤਿਗੁਰਾਂ ਦੇ ਹਜ਼ੂਰ ਹੱਥ ਜੋੜੀ ਖਲੋਤੇ ਹੋਏ ਨੇ, ਮਹਿਮਾ ਕਰ ਰਹੇ ਨੇ। ਕੱਲ੍ਹ ਨਾਮੇ ਭੱਟ ਦੀ ਵਾਰੀ ਹੈ। ਪਹਿਲਾਂ ਕੱਲ੍ਹ ਨਾਮੇ ਭੱਟ ਗੁਰਾਂ ਦੇ ਹਜ਼ੂਰ ਜਿਸ ਪ੍ਰਕਾਰ ਗੁਰੂ ਸਾਹਿਬ ਦੀ ਮਹਿਮਾ ਆਪਦੇ ਸਾਥੀ ਭੱਟਾਂ ਨੂੰ ਕਹਿ ਰਿਹਾ ਹੈ, ਉਹ ਆਪਾਂ ਕਈ ਦਿਨਾਂ ਤੋਂ ਸਰਵਣ ਕਰ ਰਹੇ। ਆਓ ਅਗਲੀ ਜੋ ਵਿਚਾਰ ਸਰਵਣ ਕਰਕੇ ਗੁਰੂ ਪਾਤਸ਼ਾਹ ਵਾਲੇ ਗੁਰੂ ਅਰਜਨ ਦੇਵ ਸਾਹਿਬ ਦੇ ਹਜ਼ੂਰ 17 ਹੀ ਭੱਟ, 17 ਚੋਂ ਇੱਕ ਭੱਟ ਕੱਲ੍ਹ ਨਾਮੇ ਗੁਰੂ ਮਹਾਰਾਜ ਦੇ ਹਜ਼ੂਰ ਇਹ ਮਹਿਮਾ ਉਚਾਰਨ ਕਰ ਰਿਹਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਹੋਰ ਮੁਖੀ ਸਿੱਖ ਸਤਿਗੁਰਾਂ ਦੇ ਹਜ਼ੂਰ ਸਾਰੇ ਹਾਜ਼ਰ ਹਨ। ਰਾਮਸਰ ਸਾਹਿਬ ਦੀ ਪਵਿੱਤਰ ਧਰਤੀ ਹੈ। ਆਓ ਜੀ ਸੁਰਤਾਂ ਬਿਰਤਾਂ ਨੂੰ ਉੱਥੇ ਲੈ ਚੱਲੀਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਆਪਣੇ ਹਿਰਦੇ ਵਿੱਚ ਵਸਾ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੀਸ ਝੁਕਾ ਕੇ ਬਾਣੀ ਨਾਲ ਜੁੜੀਏ, ਮਹਿਮਾ ਨਾਲ ਜੁੜੀਏ। ਹਾਜ਼ਰੀਆਂ ਲਓ ਜੀ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਫਿਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਣ ਗਾਵਹਿ ਪਾਇਆਲ ਭਗਤ ਨਾਗਾਦ ਭੁਜੰਗਮ। ਇਹ ਕੱਲ ਕਿਤਨਿਆਂ ਦੇ ਨਾਮ ਲਏ ਨੇ, ਕੌਣ ਕੌਣ ਗੁਣਕਾਰ ਗਾਇਨ ਕਰਦੇ ਨੇ, ਆਪਾਂ ਸਰਵਣ ਕਰ ਆ ਰਹੇ ਨੇ।
ਅੱਜ ਕੱਲ੍ਹ ਨਾਮੇ ਭੱਟ ਜਿਹੜਾ ਹੈ ਆਪਣੇ ਨਾਲ ਦੇ ਭੱਟ ਵੀਰਾਂ ਨੂੰ ਕਹਿ ਰਿਹਾ, ਅਥਵਾ ਆਪਣੇ ਮਨ ਨੂੰ ਸੰਬੋਧਨ ਕਰਕੇ ਵੀ ਕਹਿ ਰਿਹਾ, ਅਥਵਾ ਸਾਨੂੰ ਸੰਸਾਰ ਦੇ ਲੋਕਾਂ ਨੂੰ ਵੀ ਕਹਿ ਰਿਹਾ, ਹੇ ਸੰਸਾਰ ਦੇ ਲੋਕੋ, ਹੋਏ ਮੇਰੇ ਭੱਟ ਵੀਰੋ, ਗੁਰੂ ਨਾਨਕ ਸਾਹਿਬ ਦੀ ਮਹਾਨ ਮਹਿਮਾ ਹੈ, ਅਪਰੰਪਾਰ ਹੈ ਜੀ, ਪਾਰਾਵਾਰ ਤੋਂ ਰਹਿਤ ਹੈ, ਕਿ ਬੇਅੰਤ ਹੀ ਹੈ। ਕਿਉਂਕਿ ਪਾਰ ਬ੍ਰਹਮ ਸਰੂਪ ਜਿਉਂ ਹੋਏ ਗੁਰੂ ਪਾਤਸ਼ਾਹ ਮਹਾਰਾਜ ਜੀ, ਗੁਰੂ ਪਰਮੇਸ਼ਰ ਜਿਉਂ ਹੋਏ। ਕਹਿੰਦੇ ਗੁਰੂ ਨਾਨਕ ਸਾਹਿਬ ਦੇ ਗੁਣਾਂ ਨੂੰ ਗੁਣ ਗਾਵੇ ਪਿਆਲ, ਪਤਾਲ ਦੇ ਵਿੱਚ ਵੀ ਗੁਣ ਗਾਇਨ ਕਰ ਰਹੇ ਹਨ। ਕੌਣ? ਗੁਣ ਗਾਵੇ ਪਿਆਲ ਭਗਤ ਨਾਗਾਦ ਭੁਯੰਗਮ। ਹਾਂਜੀ। ਭੁਯੰਗ ਕਹਿੰਦੇ ਸੱਪ ਨੂੰ ਸਾਧ ਸੰਗਤ ਦੀ। ਜਿਵੇਂ ਅਸੀਂ ਸਾਡੇ ਬੋਲੇ ਵਿੱਚ, ਖਾਲਸਾ ਬੋਲੇ ਵਿੱਚ ਛੋਟੇ ਭੁਚੰਗੀ ਨੂੰ, ਛੋਟੇ ਬੱਚੇ ਨੂੰ ਭੁਚੰਗੀ ਕਹਿੰਦੇ ਆ, ਅਤੇ ਆਮ ਕੋਈ ਨੰਨੇ ਕਹਿੰਦਾ, ਨੰਨੇ ਮੁੰਨੇ ਨਾ ਕਿਆ ਕਰੋ, ਭੁਚੰਗੀ ਹੁੰਦੇ ਸਿੰਘਾਂ ਦੇ ਪੁੱਤਰ ਜਿਹੜੇ ਹੁੰਦੇ ਨੇ। ਭੁਜੰਗ ਨੂੰ ਸੱਪ ਦਾ ਹੈ, ਇਹਦਾ ਅਰਥ ਬੜਾ ਲੰਬੇਰਾ ਵੀ। ਭੁਚੰਗੀ ਕਹਿੰਦੇ ਕਿਉਂ ਨੇ, ਕਦੇ ਸਮਾਂ ਆਇਆ ਫਿਰ ਦੱਸਾਂਗੇ ਇਹਨੂੰ ਭੁਜੰਗੀ ਕਿਉਂ ਕਿਹਾ ਜਾਂਦਾ, ਸਿੰਘਾਂ ਦੇ ਬੱਚਿਆਂ ਨੂੰ ਭੁਜੰਗੀ ਕਿਉਂ ਕਿਹਾ ਜਾਂਦਾ, ਕਿਤੇ ਫਿਰ ਅਰਥ ਖੋਲਾਂਗੇ। ਹੁਣ ਆਪਾਂ ਇੱਧਰਲਾ ਵਿਸ਼ਾ ਹੋਰ ਹੈ। ਤੋ ਗੁਰੂ ਨਾਨਕ ਸਾਹਿਬ ਦੀ ਮਹਿਮਾ ਕੌਣ ਕੌਣ ਕਰ ਰਹੇ ਨੇ? ਪਤਾਲ ਲੋਕ ਦੇ ਵਿੱਚ, ਨਾਗ ਲੋਕ ਦੇ ਵਿੱਚ ਭਗਤ ਨਾਗਾਦ ਭੁਯੰਗਮ। ਸੱਪਾਂ ਦੀਆਂ 8 ਕੁਲਾਂ ਹੁੰਦੀਆਂ ਨੇ ਸਾਧ ਸੰਗਤ ਦੀ। ਸ਼ੇਸ਼ ਨਾਗ, ਤਸ਼ਕ ਨਾਗ, ਅਤੇ ਇੱਕ ਹੀ 8 ਕੁਲਾਂ ਹੁੰਦੀਆਂ ਨੇ, 8 ਕੁਲੀ ਸਪਤ। ਭੁਯੰਗਮ 8 ਕੁਲੀ ਭੁਯੰਗਮ ਜਿਹੜੇ ਆ ਨਾ, ਤਸ਼ਕਾਦ, ਸ਼ੇਸ਼ਨਾਗ, ਤੱਕੀ ਨਾਗ, ਇਹ ਸਾਰੇ ਹੀ ਗੁਰੂ ਨਾਨਕ ਸਾਹਿਬ ਦੇ ਗੁਣਾਂ ਨੂੰ ਗਾਇਨ ਕਰਦੇ ਨੇ। ਕਿਉਂ ਗਾਇਨ ਕਰਦੇ ਨੇ? ਵੀ ਸਾਡੀ ਜਿਹੜੀ ਜ਼ਹਿਰ ਹੈ ਨਾ, ਉਹ ਠੰਡੀ ਪੈ ਜਾਵੇ। ਗੁਰੂ ਨਾਨਕ ਸਾਹਿਬ ਦੀ ਮਹਿਮਾ ਹੀ ਐਸੀ ਹੈ। ਗੁਰੂ ਨਾਨਕ ਸਾਹਿਬ ਦਾ ਨਾਮ ਲਈਏ ਨਾ ਸਾਧ ਸੰਗਤ ਜੀ, ਫਿਰ ਮਹਿਮਾ ਕਰਦਿਆਂ 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 ਜਿਹਨਾਂ ਅੰਗ ਭਾਵ ਆ ਨਾ, ਉਹ ਦੂਰ ਹੋ ਜਾਂਦਾ। ਗੁਰੂ ਨਾਨਕ ਸਾਹਿਬ ਹੈ ਇਹ ਐਸੇ ਵੱਡੇ ਗੁਰੂ, ਇਹ ਘਰ ਹੀ ਐਸਾ ਹੈ। ਮਹਿਮਾ ਗਾਉਣ ਲੱਗ ਜਾਈਏ ਸਾਧ ਸੰਗਤ ਜੀ, ਅੰਦਰੂਨੀ ਜਿਹੜੇ ਸਾਡੇ ਬਹੁਤ ਵੱਡੇ ਔਗੁਣ ਇਹਨਾਂ ਚਲੇ ਜਾਂਦੇ ਨੇ। ਇਹਨਾਂ ਨੂੰ ਪਰਮੇਸ਼ਰ ਨੇ ਜ਼ਹਿਰ ਦਿੱਤੀ ਹੈ। ਜ਼ਹਿਰ ਜਿਹੜੀ ਉਹਦੀ ਵਿਸ਼ ਆ, ਉਹ ਫਿਰ ਠੰਡੀ ਹੋ ਜਾਂਦੀ ਹੈ। ਇਹਨਾਂ ਨੂੰ ਸ਼ਾਂਤੀ ਆਉਂਦੀ, ਨਾਗਾਂ ਨੂੰ ਵੀ। ਤਾਂ ਕਰਕੇ ਪਤਾਲ ਲੋਕ ਦੇ ਵਿੱਚ ਵੀ ਭੱਟ ਕੱਲ੍ਹ ਜੀ ਕਹਿ ਰਹੇ ਨੇ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਗੁਣਾਂ ਨੂੰ, ਧੰਨ ਗੁਰੂ ਨਾਨਕ ਸਾਹਿਬ ਦੇ ਨਾਮ ਨੂੰ ਜਪਦੇ ਨੇ। ਜੋ ਅਸ਼ਟਕੁਲੀ ਨਾਗਾਂ ਦੀਆਂ ਕੁੜੀਆਂ, ਭੁਜੰਗਮ ਸੱਪ, ਸਾਰੇ ਨਾਗ ਲੋਕ ਦੇ ਵਿੱਚ, ਪਤਾਲ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰਦੇ ਹਨ ਜੀ। ਨਾਗ ਲੋਕ ਵੀ ਮਹਾਦੇਵ ਗੁਣ ਰਵੈ। ਮਹਾਦੇਵ ਕਹਿੰਦੇ ଶିਵ ਜੀ ਨੂੰ ਸਾਧ ਸੰਗਤ ਜੀ, ਉਹ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਗੁਣਾਂ ਨੂੰ ਗਾਇਨ ਕਰਦੇ ਨੇ। 3 ਦੇਵਤੇ ਮੁਖੀ ਨੇ ਸਾਧ ਸੰਗਤ ਜੀ। 33 ਕਰੋੜ ਦੇਵਤਾ, 33 ਕਰੋੜਾਂ ਦੇ 3 ਜੋ ਮੁਖੀ ਨੇ, ਜਿਨ੍ਹਾਂ ਦਾ ਜ਼ਿਕਰ ਆਪਾਂ ਨਿੱਤ ਪ੍ਰਤੀ ਜਪਜੀ ਸਾਹਿਬ ਬਾਣੀ ਵਿੱਚ ਪੜ੍ਹਦੇ ਸੁਣਦੇ ਹਾਂ। ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਦੀ ਬਾਣ ਦਾ ਭਾਵ ਹੈ ਲੈਤਾ ਕਰਨਾ, ਸੰਸਾਰ ਨੂੰ ਲੈਤਾ ਕਰਨਾ। ਇੱਕ ਦੀ ਡਿਊਟੀ ਆ ਸੰਸਾਰ ਦੀ ਪੈਦਾਇਸ਼ ਕਰਨੀ, ਇੱਕ ਨੇ ਰੋਜੀ ਦੇਣੀ, ਰੋਜੀ ਦੇਹੰਦ ਹੈ। ਇਹ ਰੋਜੀ ਦੇਣੀ ਕਿਸੇ ਨੂੰ ਸਾਧ ਸੰਗਤ ਜੀ, ਇਹ ਬਹੁਤ ਵੱਡਾ ਗੁਣ ਹੈ, ਸਾਰਿਆਂ 'ਚ ਨਹੀਂ ਹੋ ਸਕਦਾ। ਸਾਨੂੰ ਲੰਗਰ ਵਰਤਾਉਣਾ, ਸਾਰੀ ਦੁਨੀਆ ਨੂੰ ਕੋਈ ਹੋਵੇ ਵਰਤਾਵੇ ਨੇ, ਗੁਣ ਔਗੁਣ ਨਹੀਂ ਦੇਖਣਾ ਹੁੰਦਾ। ਮੈਂ ਇੱਕ ਛੋਟੀ ਜਿਹੀ ਸਾਖੀ ਸਾਂਝੀ ਕਰਾਂ ਆਪ ਜੀ ਨਾਲ। ਕਹਿੰਦੇ ਇੱਕ ਵਾਰੀ ਪਰਮੇਸ਼ਰ ਦੇ ਦੁਆਰੇ 'ਤੇ ਇਹ ਵਿਚਾਰ ਹੋਈ। ਕਹਿੰਦੇ ਮੂਸਾ ਪੈਗੰਬਰ ਆ ਜਿਹੜਾ, ਉਹ ਕਹਿੰਦਾ ਵੀ ਮੈਨੂੰ ਇਹ ਡਿਊਟੀ ਦਿੱਤੀ ਜਾਵੇ, ਮੈਂ ਲੰਗਰ ਵਰਤਾਇਆ ਕਰੂੰ, ਸਰ ਰੋਜੀ ਦੇਵਾਂਗਾ ਲੋਕਾਂ ਨੂੰ, ਜੀਵਾਂ ਨੂੰ, ਧਰਤੀ ਦੇ ਨੂੰ। ਅੱਛਾ ਵੀ ਚਲਦੇ। ਇੱਕ ਜੀਵ ਨੂੰ ਸਾਧ ਸਕਦੇ
ਪ੍ਰਸ਼ਾਦਾ ਨਾ ਮਿਲਿਆ, ਰੋਜੀ ਮਿਲੀ ਨਹੀਂ, ਉਹਨੂੰ ਅੰਨ ਜਲ ਨਾ ਮਿਲਿਆ। ਉਹਨੇ ਕਿ ਬਹੁਤ ਅਪਰਾਧ ਕੀਤਾ ਸੀ, ਵੱਡਾ ਅਪਰਾਧ ਵੀ ਇੰਨਾ, ਕਿਸੇ ਲਾਸ਼ ਨੂੰ ਕੱਢ ਕੇ, ਤ੍ਰੀਆ ਲਾਸ਼ ਨੂੰ ਕੱਢ ਕੇ ਕਬਰ ਦੇ ਵਿੱਚੋਂ, ਮੁਸਲਮਾਨ ਕਬਰਾਂ 'ਚ ਦਬਦੇ ਨੇ, ਦਫਨਾਉਂਦੇ ਨੇ, ਉਹਦਾ ਧਰਮ ਆ। ਤੂੰ ਆਪਣੇ ਆਪਣੇ ਧਰਮਾਂ 'ਚ ਪੱਕੇ ਵੀ ਰਹਿਣਾ ਚਾਹੀਦਾ। ਖਾਲਸੇ ਦਾ ਧਰਮ ਸ਼੍ਰੋਮਣੀ ਆ, ਇਹ ਵੀ ਗੱਲ ਆ। ਗੁਰੂ ਨਾਨਕ ਸਾਹਿਬ ਦਾ ਧਰਮ ਜਾਂ ਰਸਤਾ ਸ਼੍ਰੋਮਣੀ ਆ, ਪਰ ਦੂਜਿਆਂ ਨੂੰ ਵੀ ਆਪਣੇ 'ਚ ਪੱਕੇ ਰਹਿਣਾ ਚਾਹੀਦਾ। ਜਿਹੜਾ ਆਪਣੇ ਧਰਮ 'ਤੇ ਪੱਕਾ ਰਹਿਣਾ, ਦੂਜੇ ਦਾ ਕੁਛ ਵਿਗਾੜੇਗਾ ਹੀ, ਆਣ ਕੇ ਕੁਛ ਸੋਧ ਨਹੀਂ ਕਰ ਸਕਦਾ। ਤੋ ਮੁਸਲਮਾਨ ਲੋਕ ਦਫਨਾਉਂਦੇ ਨੇ। ਉਹਨਾਂ ਇੱਕ ਤ੍ਰੀਆ ਦੀ ਮੌਤ ਹੋਈ, ਅਤੇ ਕੋਈ ਐਸਾ ਸੀ ਮੰਦਬੁੱਧੀ, ਉਹਨ ਇਸਤਰੀਆ ਨੂੰ ਕਬਰ 'ਚੋਂ ਕੱਢ ਕੇ ਉਹਨਾਂ ਮੰਦਕਰਮ ਕਰਿਆ ਲਾਸ਼ ਨਾਲ। ਉਹਦਾ ਭੈੜੀ ਕਰਮ ਹੋਣ ਦੇਖ ਕਰਕੇ ਮੂਸੇ ਪੈਗੰਬਰ ਨੇ ਉਹਨੂੰ ਰੋਜੀ ਨਾ ਦਿੱਤੀ। ਕਹਿੰਦਾ ਐਡਾ ਭੈੜਾ ਲੋਕ ਆ ਤੂੰ, ਤੇਰੀ ਰੋਟੀ ਬੰਦ, ਰੋਜੀ ਬੰਦ ਤੇਰੀ। ਸਾਰੇ ਪਤਾ ਕੀਤਾ ਗਿਆ ਪਰਮੇਸ਼ਰ ਜੀ ਵੱਲੋਂ, ਪਤਾ ਕਰੋ ਵੀ ਸਭ ਨੂੰ ਰੋਜੀ ਮਿਲ ਗਈ, ਸਭ ਨੂੰ ਭੋਜਨ ਮਿਲਿਆ। ਕਹਿੰਦੇ ਇੱਕ ਬੰਦੇ ਨੂੰ ਨਹੀਂ ਮਿਲਿਆ, ਉਹਨੇ ਅਪਰਾਧ ਕੀਤਾ ਵੱਡਾ। ਉਹ ਕਹਿੰਦੇ ਅਪਰਾਧ ਕਰਨ ਵਾਲਾ, ਉਹਦੇ ਨਿਪਟਾਰਾ ਕਰਨ ਵਾਲਾ ਕੋਈ ਹੋਰ ਆ, ਪਰ ਤੇਰੀ ਡਿਊਟੀ ਤਾਂ ਰੋਜੀ ਤੇ ਦਿੱਤੀ ਹੈ ਨਾ ਤੈਨੂੰ। ਤੂੰ ਤਾਂ ਹਰੇਕ ਨੂੰ ਭੋਜਨ ਦੇਣਾ, ਤੂੰ ਉਹਨੂੰ ਦੰਡ ਥੋੜ੍ਹੀ ਨਹੀਂ ਦੇਣਾ। ਜੇ ਕਿਸੇ ਨੇ ਅਪਰਾਧ ਕੀਤਾ, ਉਹਨੂੰ ਦੰਡ ਦੇਣ ਵਾਲੇ ਹੋਰ ਵੱਖਰੇ ਨੇ, ਪਰ ਤੂੰ ਰੋਜੀ ਦੇ। ਇਸ ਕਰਕੇ ਫਿਰ ਪੈਗੰਬਰ ਤੋਂ ਵਾਪਸ ਡਿਊਟੀ ਲੈ ਲਈ ਸੀ। ਫਿਰ ਇਹ ਵਿਸ਼ਨੂੰ ਜੀ ਦੀ ਹੀ ਡਿਊਟੀ ਹੈ ਕਿ ਰੋਜੀ ਦਿਹੰਦ ਹੈ, ਰੋਜੀ ਦੇਣੀ। ਪਰਮੇਸ਼ਰ ਦਾ ਹੁਕਮ ਜੋ ਲੱਗਾ, ਅਕਾਲ ਪੁਰਖ ਜੀ ਦਾ। ਤਾਂ ਕਰਕੇ ਇਹ ਵੀ ਅਸੀਂ ਇਹਨਾਂ ਸਾਖੀਆਂ ਤੋਂ ਹੋਰ ਗਾਂ ਆਪਣੇ ਆਪ ਨੂੰ ਗਿਆਨ ਕਰਨਾ ਹੁੰਦਾ ਵੀ ਜੋ ਸਾਡੀ ਡਿਊਟੀ ਲੱਗੀ ਹੁੰਦੀ ਆ ਕਿਤੇ ਲੰਗਰ ਵਰਤਾਉਣ ਦੀ, ਉਦੋਂ ਅਸੀਂ ਦੇਖਣਾ ਵੀ ਸਾਡਾ ਇਹਦੇ ਨਾਲ ਕੋਈ ਬੋਲ ਬਾਣੀ ਨਹੀਂ ਸਾਂਝੀ, ਨਹੀਂ ਬੋਲ ਬਾਣੀ ਨਹੀਂ ਸਾਂਝੀ ਦੇਖਣੀ, ਜਾਂ ਸਾਡੇ ਨਾਲ ਕਈ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ। ਉਦੋਂ ਨਾ ਹਰੇਕ ਨੂੰ ਲੰਗਰ ਦੇਣਾ ਵਰਤਾਉਣਾ। ਦੇਗੀਆ ਸਿੰਘ ਹਰੇਕ ਨੂੰ ਦੇਖ ਦਿੰਦਾ, ਜੇ ਇੱਕੋ ਹੀ ਵਰਤਾਰਾ ਹੋਏ। ਸਿਵੇ ਕਈ ਵਾਰੀ ਆਪਾਂ ਪ੍ਰਸ਼ਾਦੇ ਵਰਤਾਉਣ ਦੀ ਜਾਂ ਕੋਈ ਪਦਾਰਥ ਵਰਤਾਉਣ ਦੀ ਜੋ ਡਿਊਟੀ ਹੋਵੇ ਸਾਧ ਸੰਗਤ ਜੀ, ਉਦੋਂ ਕੋਈ ਦਾ ਲੜ ਬੋਲ ਲੜਾਈ ਝਗੜਾ ਨਹੀਂ ਕਿਸੇ ਨਾਲ ਦੇਖਣਾ। ਜਿਹੜਾ ਆ ਗਿਆ ਉਹਨੂੰ ਬਸ ਇੱਕੋ ਜਿਹਾ ਛਾਂ ਦਾ ਦੇ ਹੀ ਜਾਣਾ, ਇੱਕੋ ਜਿਹਾ ਛਾਂ ਦਾ ਦੇ ਹੀ ਜਾਣਾ। ਇਹ ਤਾਂ ਕਰਕੇ ਡਿਊਟੀ ਵੱਖ ਵੱਖ ਡਿਊਟੀਆਂ ਨੇ ਲਾਈਆਂ ਹੋਈਆਂ ਪਰਮੇਸ਼ਰ ਨੇ। ਅਗਰ ਜੇ ਨਾ ਦਿੱਤੀ ਤਾਂ ਫਿਰ ਆਪਾਂ ਦੰਡ ਦੇ ਭਾਗੀ ਨਾ ਕਹਿ ਦਈਏ ਮੇਰੇ ਨਾਲ ਬੋਲ ਚਾਲ ਨਹੀਂ, ਮੈਂ ਨਹੀਂ ਦੇਣਾ ਉਹਨੂੰ ਕੁਛ। ਨਾ ਨਾ, ਐਸਾ ਨਹੀਂ ਹੋਣਾ ਚਾਹੀਦਾ। ਅਤੇ ਸਾਰੇ ਆਪਾਂ ਇੱਧਰ ਉੱਧਰ ਜਾ ਕੇ ਕਈ ਵਾਰੀ ਵਰਤਾਵਿਆਂ 'ਚ ਲੱਗ ਜਾਂਦੇ ਹਾਂ। ਵਰਤਾਵੇ ਦੀ ਬੜੀ ਵੱਡੀ ਡਿਊਟੀ ਹੈ। ਇਹ ਤਾਂ ਸਾਖੀਆਂ ਸਾਂਝੀਆਂ ਕਰਨੀਆਂ ਪੈਂਦੀਆਂ ਨੇ। ਤੋ ਕਹਿੰਦੇ ਇਹ ਤਿੰਨਾਂ ਦੇਵਤਿਆਂ ਦੀ ਡਿਊਟੀ ਲੱਗੀ ਹੋਈ ਹੈ। ਹਾਂ, ਫੇਰ ਪੜ੍ਹੋ ਜੀ। ਮਹਾਦੇਵ ਗੁਣ ਰਵੈ। ਉਹਨਾਂ ਤਿੰਨਾਂ ਵਿੱਚੋਂ ਇਹ ਮਹਾਦੇਵ ਜੀ ਆ, ਗੁਣ ਰਵੈ, ਜਿਨ੍ਹਾਂ ਦੀ ਲਾਇਤਾ ਕਰਨ ਦੀ ਡਿਊਟੀ ਲੱਗੀ ਹੋਈ ਆ। ਭਾਵ ਸੰਸਾਰ ਨੂੰ ਜਦੋਂ ਇੱਕ ਨੇ ਪੈਦਾਇਸ਼ ਕਰਨੀ ਆ, ਪਹਿਲਾਂ ਵੀ ਦੱਸਿਆ ਬ੍ਰਹਮਾ ਜੀ ਪੈਦਾਇਸ਼ ਕਰਨ ਦੇ ਨੇ। ਇੱਕ ਸੰਸਾਰ ਨੂੰ ਪੈਦਾ ਕਰਨਾ, ਇੱਕ ਭੰਡਾਰੀ ਸਭ ਨੂੰ ਰੋਜੀ ਦੇਣੀ, ਇੱਕ ਲਾਏ ਦੀ ਬਾਣ, ਇੱਕ ਨੇ ਲਾਇਤਾ ਕਰਨੀ। ਉਹਨੇ ਸੰਘਾਰ ਕਰਨਾ ਦੁਨੀਆ ਦਾ। ਐਸਾ ਲਾਇਤਾ ਕਰਨ ਵਾਲਾ ਦੇਵਤਾ ਜੋ ਹੈ ਸ਼ਿਵ ਜੀ ਵੀ ਗੁਣ ਗਾਵੈ। ਦੱਸਦਾ ਕਰ ਮਹਾਦੇਵ ਗੁਣ ਰਵੈ। ਮਹਾਦੇਵ ਐਸਾ ਵੀ ਲਾਇਤਾ ਵਾਲਾ ਕਰਨ ਵਾਲਾ ਦੇਵਤਾ, ਉਹ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਗੁਣਾਂ ਨੂੰ ਗਾਇਨ ਕਰਦਾ ਹੈ। ਸਦਾ ਜੋਗੀ ਜਤ ਜੰਗਮ। ਸਦਾ ਲਈ ਗਾ ਰਹੇ ਨੇ ਜੋਗੀ ਜਤੀ ਜੰਗਮ। ਜੋਗੀ ਜੋ ਪਰਮੇਸ਼ਰ ਨਾਲ ਜੁੜੇ ਲੋਕ ਨੇ, ਉਹੀ ਗੁਰੂ ਨਾਨਕ ਸਾਹਿਬ ਦੇ ਗੁਣਾਂ ਨੂੰ ਗਾਇਨ ਕਰਦੇ ਨੇ। ਜਤੀ 6 ਜਤੀ ਹੋਏ ਨੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਜਿਹੜੇ ਗੁਣੀ ਗਿਆਨੀ ਉਹ ਦੱਸਦੇ ਨੇ। ਮਹਾਰਾਜ ਵਿੱਚ ਇਹ ਜ਼ਿਕਰ ਆ ਰਿਹਾ ਵੀ ਕੌਣ ਕੌਣ ਗੁਣ ਗਾ ਰਹੇ ਨੇ। ਕੱਲ ਭੱਟ ਜੀ ਕਹਿੰਦਾ ਇਹ 6 ਜਤੀ ਜੋਗੀ ਜੋ ਪਰਮੇਸ਼ਰ ਨਾਲ ਜੁੜੇ ਹੋਏ ਲੋਕ ਨੇ।
ਜਾਤ ਜਤੀ ਲੋਕ, ਇਹ ਗੋਰਖ, ਹਨੂਮਾਨ, ਲਛਮਣ, ਭੈਰੋਂ, ਦਤੱਤਰੇ, ਇਸ ਪ੍ਰਕਾਰ ਇਹ 6 ਜਤੀ ਮੰਨੇ ਗਏ ਨੇ। ਇਹ 6 ਜਤੀ ਅਤੇ ਜੰਗਮ ਲੋਕ, ਇਹ ਵੀ ਜੰਗਮ ਕਿਹੜੇ ਟੱਲੀਆਂ ਜੀਆਂ ਵਾਲੇ ਆਉਂਦੇ ਹੁੰਦੇ ਸੀ ਅੱਗੇ ਪਿੰਡਾਂ 'ਚ ਮੰਗਣ, ਮੋਰ 'ਤੇ ਉਹਨਾਂ ਦੇ ਮੋਰ ਦੇ ਖੰਭ 'ਚ ਸਿਰ 'ਤੇ ਲੱਗੇ ਹੁੰਦੇ ਸਨ, ਉਹਨੂੰ ਜੰਗਮ ਕਹਿੰਦੇ ਨੇ। ਉਹ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਾਰੇ ਸਾਰੇ ਹੀ ਜੋ ਪੰਥ ਨੇ ਗੁਰੂ ਪਾਤਸ਼ਾਹ ਦੇ ਗੁਣਾਂ ਨੂੰ ਗਾਇਨ ਕਰਦੇ ਨੇ। ਉਹਨਾਂ ਨੂੰ ਇਹ ਬੋਧ ਹੈ ਵੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਭ ਤੋਂ ਵੱਡੇ ਸਤਿਗੁਰੂ ਕਲਿਆਣਕਾਰੀ ਗੁਰੂ ਹਨ। ਗੁਣ ਗਾਵੈ ਮੁਨ ਬਿਆਸ, ਬਿਆਸ ਮੁਨੀ ਜੀ ਜਿਨ੍ਹਾਂ ਨੇ ਸਾਧ ਸੰਗਤ ਜੀ 6 ਸ਼ਾਸਤਰ ਵਿਆਕਰਨ ਆਦਿ ਕੋ ਉਚਾਰਨ ਕੀਤਾ ਨਾ। ਵਿਆਕਰਨ ਦੇ ਕਰਤਾ ਬਿਆਸ ਰਿਖੀ ਜੀ ਵੀ, ਜਿਨ੍ਹਾਂ ਦੇ ਨਾਂ ਕਰਕੇ ਬਿਆਸਾ ਦਰਿਆ ਚੱਲਦਾ, ਸਾਰੇ ਰਿਸ਼ੀਆਂ ਦੇ ਨਾਮ 'ਤੇ ਚੱਲਦੇ ਨੇ। ਬਿਆਸ ਦਰਿਆ ਚੱਲਦਾ ਨਾ, ਉਹ ਰਿਸ਼ੀ ਦੇ ਨਾਮ 'ਤੇ। ਆਪੇ ਹਰੀ ਕੇ ਪਤਨ ਜਾਈਏ, ਦੋਵੇਂ ਦਰਿਆ ਸਤਲੁਜ ਅਤੇ ਬਿਆਸਾ ਇਕੱਤਰ ਹੋ ਜਾਂਦੇ ਨੇ। ਅਤੇ ਬਿਆਸ ਦੇ ਜਿਹੜਾ ਵਿਚਲਾ ਹਿੱਸਾ ਨੂੰ ਦੁਆਬਾ ਕਹਿੰਦੇ ਨੇ। ਪਹਿਲੇ ਪਾਸਾ ਉਹ ਮਾਝਾ, ਇੱਧਰ ਸਾਡਾ ਮਾਲਵਾ, ਅਤੇ ਵਿਚਲਾ ਦੁਆਬਾ। ਦੋ ਦਰਿਆਵਾਂ ਦੇ ਵਿੱਚ ਦੀ ਜਿਹੜੀ ਧਰਤੀ ਚੱਲਦੀ ਹੈ। ਤਾਂ ਕਰਕੇ ਇਹ ਸਾਧ ਸੰਗਤ ਜੀ, ਇਹ ਬਿਆਸ ਰਿਖੀ ਜੀ ਦੇ ਨਾਂ 'ਤੇ ਬਿਆਸ ਦਰਿਆ ਚੱਲਦਾ। ਬਿਆਸ ਵਰਗੇ ਮਹਾਨ ਰਿਸ਼ੀ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਗੁਣਾਂ ਦਾ ਗਾਇਨ ਕਰਦੇ ਹਨ, ਵਡਿਆਈ ਕਰਦੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ। ਜਿਨ ਵੇਦ ਵਿਆਕਰਨ ਵਿਚਾਰੇ, ਜਿਨ੍ਹਾਂ ਨੇ ਵੇਦ ਤੇ ਵਿਆਕਰਨ ਆਦਿ ਗ੍ਰੰਥਾਂ ਦੀ ਰਚਨਾ ਕੀਤੀ ਹੈ। ਬਿਆਸ ਵਰਗੇ ਮਹਾਨ ਮਹਾਂਪੁਰਸ਼ ਵੀ ਗੁਰੂ ਨਾਨਕ ਸਾਹਿਬ ਦੇ ਗੁਣਾਂ ਨੂੰ ਗਾਇਨ ਕਰਦੇ ਹਨ ਜੀ। ਬ੍ਰਹਮਾ ਗੁਣ ਉਚਰੈ, ਬ੍ਰਹਮਾ ਜੀ ਤਿੰਨਾਂ ਦੇਵਤਿਆਂ 'ਚੋਂ ਸਾਧ ਸੰਗਤ ਜੀ ਪਹਿਲਾਂ ਜ਼ਿਕਰ ਕੀਤਾ ਸੀ ਨਾ। ਬ੍ਰਹਮਾ ਗੁਣ ਉਚਰੈ, ਬ੍ਰਹਮਾ ਜੀ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਗੁਣਾਂ ਨੂੰ ਗਾਇਨ ਕਰ ਰਹੇ ਹਨ। ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀ, ਜਿਹਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਕਿਵੇਂ ਕੀਤੀ ਹੈ? ਜਿਨ ਹੁਕਮ, ਜਿਹਨੇ ਅਕਾਲ ਪੁਰਖ ਦੇ ਹੁਕਮਾਂ ਅਨੁਸਾਰ ਕੀਤੀ ਹੈ, ਆਪੇ ਨਹੀਂ ਰਚਨਾ ਕਰ ਸਕਦਾ। ਜਿਨ ਹੁਕਮ, ਜਿਸ ਨੇ ਪਰਮੇਸ਼ਰ ਦੇ ਹੁਕਮ ਨਾਲ ਸਾਰੀ ਹੀ ਸ੍ਰਿਸ਼ਟੀ ਦੀ ਰਚਨਾ ਕੀਤੀ, ਉਹ ਹੈ ਬ੍ਰਹਮਾ ਜੀ। ਉਹ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਗੁਣਾਂ ਨੂੰ ਗਾਇਨ ਕਰਦੇ ਹਨ, ਵਡਿਆਈ ਕਰਦੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ। ਬ੍ਰਹਮੰਡ ਖੰਡ ਪੂਰਨ ਬ੍ਰਹਮ, ਬ੍ਰਹਮੰਡ ਖੰਡ, ਬ੍ਰਹਮ ਦਾ ਅੰਡਾ ਖੰਡ, ਵਾਹ ਵਾਹ ਵਾਹ, ਕੈਸੀ ਗੱਲ। ਬੜੀ ਇਹ ਕਥਾਵਾਂ ਸਾਧ ਸੰਗਤ ਜੀ ਆਨੰਦ ਬੰਨਣ ਵਾਲੀਆਂ ਵੀ। ਵਿਦਵਾਨ ਲੋਕਾਂ ਨੂੰ ਆਨੰਦ ਆਉਂਦਾ ਜਦੋਂ ਬੜੀ ਡੂੰਘਾਈ ਚਲੇ ਜਾਂਦੇ ਨਾ। ਬ੍ਰਹਮ ਖੰਡ, ਬ੍ਰਹਮੰਡ ਖੰਡ, ਬ੍ਰਹਮੰਡ ਖੰਡ ਪੂਰਨ ਬ੍ਰਹਮ। ਬ੍ਰਹਮੰਡ ਬ੍ਰਹਮਾ ਦਾ ਆਂਡਾ, ਖੰਡ ਤਾਂ ਭਾਵ ਟੁਕੜਾ ਕਹਿੰਦੇ, ਧਰਤੀ ਦਾ ਇੱਕ ਵੱਡਾ ਟੁਕੜਾ, ਵੱਡਾ ਦੇਸ਼। ਮੈਂ ਖੰਡ, ਬ੍ਰਹਮੰਡ ਖੰਡ ਪੂਰਨ ਬ੍ਰਹਮ, ਪੂਰਨ ਬ੍ਰਹਮ। ਉਹ ਵੀ ਪੂਰਨ ਬ੍ਰਹਮ, ਜਿਹੜਾ ਬ੍ਰਹਮਾ ਮੰਡਲ ਸਾਰਾ ਹੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਗੁਣਾਂ ਨੂੰ ਗਾਇਨ ਕਰ ਰਿਹਾ ਹੈ। ਭਾਵ ਜਿਤਨੇ ਵੀ ਧਰਤੀ 'ਤੇ ਲੋਕ ਰਹਿੰਦੇ ਨੇ, ਉਹ ਸਾਰੇ ਹੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਸੋਭਾ ਕਰਦੇ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਉਚਾਰਨ ਕਰ ਰਹੇ ਹਨ ਜੀ। ਗੁਣ ਨਿਰਗੁਣ ਸਮਝਾਣਿਓ, ਗੁਣ ਨਿਰਗੁਣ ਸਮਝਾਣਿਓ। ਗੁਰੂ ਪਾਤਸ਼ਾਹ ਮਹਾਰਾਜ ਸਾਰੀ ਧਰਤੀ ਦਾ ਭਰਮਣਾ ਵੀ ਕੀਤਾ। ਬਹੁਤ ਸਭ ਤੋਂ ਜ਼ਿਆਦਾ ਗੁਰੂ ਪਾਤਸ਼ਾਹ ਨੇ ਯਾਤਰਾ ਕੀਤੀ ਹੈ। ਕਿਸੇ ਪੀਰ ਫਕੀਰ ਔਲਗੇ ਨੇ ਇਤਨੀ ਨਹੀਂ। ਅਤੇ ਗੁਰੂ ਨਾਨਕ ਸਾਹਿਬ ਬ੍ਰਹਮਖੰਡ, ਬ੍ਰਹਮੰਡ ਖੰਡ ਪੂਰਨ ਬ੍ਰਹਮਣ ਗੁਣ ਨਿਰਗੁਣ ਸਮਝਾਣਿਓ। ਗੁਰੂ ਨਾਨਕ ਸਾਹਿਬ ਜੀ ਐਸੇ ਗੁਰੂ ਹਨ ਜਿਨ੍ਹਾਂ ਨੇ ਬ੍ਰਹਮੰਡ ਖੰਡ, ਸਾਰੇ ਬ੍ਰਹਮੰਡ ਖੰਡ ਦੇ ਵਿੱਚ ਪਰਮੇਸ਼ਰ ਨੂੰ ਇੱਕੋ ਜਿਹਾ ਸਮਝਿਆ। ਬ੍ਰਹਮੰਡ ਖੰਡ ਪੂਰਨ ਬ੍ਰਹਮ, ਪੂਰਨ ਬ੍ਰਹਮ ਕਣ ਕਣ ਵਿੱਚ ਜਾਣਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਗੁਣ ਨਿਰਗੁਣ,
ਨਿਰਗੁਣ ਜੋ ਪਰਮੇਸ਼ਰ ਹੈ, ਉਹ ਗੁਣ ਸਰਗੁਣ ਅਤੇ ਨਿਰਗੁਣ ਸਾਰੇ ਬ੍ਰਹਿਮੰਡ ਖੰਡ ਵਿੱਚ ਜਾਣਨ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਤਾਂ ਇਹਨਾਂ ਨੂੰ ਲੋਕ ਜਪਦੇ ਨੇ। ਸਾਰੇ ਬ੍ਰਹਿਮੰਡ ਖੰਡ ਵਿੱਚ ਗੁਰੂ ਨਾਨਕ ਸਾਹਿਬ ਨੇ ਨਿਰਗੁਣ ਜੋ ਸਰੂਪ ਹੈ ਉਹਨੂੰ ਸਰਗੁਣ ਕਰਕੇ ਕਿਵੇਂ ਫੇਰ ਦੱਸੇ? ਬ੍ਰਹਮੰਡ ਖੰਡ ਪੂਰਨ ਬ੍ਰਹਮ, ਗੁਣ ਨਿਰਗੁਣ ਸਮ ਜਾਣਿਓ। ਹਾਂ, ਉਹ ਗੁਣੀ ਨਿਧਾਨ ਨੂੰ ਨਿਰਗੁਣ ਸਾਰੇ ਤਿੰਨਾਂ ਗੁਣਾਂ ਤੋਂ ਰਹਿਤ। ਕਈ ਵਾਰੀ ਉਹ ਉਲਝਾ ਜਾਂਦਾ ਵਾ, ਐਸਾ ਹੋ ਜਾਂਦਾ। ਗੁਣ ਨਿਰਗੁਣ ਸਮਝਾਣਿਓ ਦਾ ਸਰਗੁਣ ਹੁੰਦਾ ਵੀ ਸਰੂਪ ਸਾਖਿਆਤ, ਨਿਰਗੁਣ ਜੋ ਸੂਖਮ ਸਰੂਪ ਕਰਕੇ ਸਾਰੇ ਰਮਿਆ ਹੋਇਆ ਪਰਮੇਸ਼ਰ ਨੂੰ ਜਾਣਨ ਵਾਲੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ। ਸਾਰੇ ਨਿਰਗੁਣ ਸਰੂਪ ਜੋ ਰਮਿਆ ਹੋਇਆ ਨਾ ਬ੍ਰਹਮ ਖੰਡ ਪੂਰਨ ਬ੍ਰਹਮ ਦੇ ਵਿੱਚ, ਪੂਰਨ ਬ੍ਰਹਮ ਹੈ ਜੋ ਬ੍ਰਹਮ ਖੰਡ ਬ੍ਰਹਮੰਡ ਬ੍ਰਹਮ ਦਾ ਅੰਡਾ ਧਰਤੀ ਦੇ ਟੁਕੜੇ ਸਾਰੇ ਦੇਸ਼ ਵਿੱਚ ਰਮਿਆ ਹੋਇਆ ਪਰਮੇਸ਼ਰ, ਉਹਨੂੰ ਨਿਰਗੁਣ ਸਰੂਪ ਨੂੰ ਮਹਾਰਾਜ ਨੇ ਸਾਰੇ ਦੇਖਣਾ ਕੀਤਾ ਹੈ। ਐਸੇ ਦੀਨ ਦਿਆਲ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ। ਜਪ ਕਲ ਸੁਜਸ ਨਾਨਕ ਗੁਰ। ਐਸੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਹ ਕਵੀ ਕੱਲ ਕਹਿੰਦੇ, ਐਸੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗੁਣਾਂ ਨੂੰ ਇਹ ਮੇਰੇ ਮਨ ਜਪਣਾ ਕਰ। ਹੇ ਮੇਰੇ ਨਾਲ ਦੇ ਭੱਟ ਵੀਰੋ, ਐਸੇ ਗੁਰੂ ਨਾਨਕ ਸਾਹਿਬ ਦੇ ਗੁਣਾਂ ਨੂੰ ਜਪਣਾ ਕਰੋ। ਹੇ ਸੰਸਾਰ ਦੇ ਲੋਕੋ, ਐਸੇ ਗੁਰੂ ਨਾਨਕ ਦੇਵ ਸਾਹਿਬ ਜਿਹਨਾਂ ਬ੍ਰਹਮ ਖੰਡ ਪੂਰਨ ਬ੍ਰਹਮ ਨੂੰ ਗੁਣ ਨਿਰਗੁਣ ਸਮਝਾਣੋ, ਜਿਨ੍ਹਾਂ ਨੇ ਜਾਣਿਆ ਹੋਇਆ ਹੈ ਮਹਾਰਾਜ ਨੇ ਐਸੇ ਨਿਰਗੁਣ ਪਰਮੇਸ਼ਰ ਨੂੰ ਸਭ 'ਚ ਰਮਿਆ ਹੋਇਆ ਜਾਣਾ ਹੈ। ਐਸੇ ਗੁਰੂ ਨਾਨਕ ਸਾਹਿਬ ਦੇ ਗੁਣਾਂ ਨੂੰ ਹੇ ਮੇਰੇ ਮਨਾਂ ਤੂੰ ਵੀ ਗਾਉਣਾ ਕਰ। ਹੇ ਮੇਰੇ ਨਾਲ ਦੇ ਭੱਟ ਵੀਰੋ, ਤੁਸੀਂ ਗਾਉਣਾ ਕਰੋ, ਤਾਂ ਕਿ ਕਿਉਂਕਿ ਆਪਾਂ ਨੂੰ ਸ਼ਰਾਪ ਮਿਲਿਆ ਹੋਇਆ ਹੈ ਨਾ। ਉਹ ਕਹਿੰਦਾ ਨਾਲ ਦੇ ਭੱਟਾਂ ਨੂੰ ਕਹਿ ਰਿਹਾ ਆਪਾਂ ਨੂੰ ਸ਼ਰਾਪ ਮਿਲਿਆ ਹੋਇਆ ਹੈ ਵਿਸ਼ਨੂੰ ਜੀ ਦਾ, ਤਾਂ ਸਾਡਾ ਸ਼ਰਾਪ ਨਿਵਰਤੀ ਹੋਣਾ ਹੈ। ਉਸ ਗੁਰੂ ਨਾਨਕ ਸਾਹਿਬ ਦੇ ਗੁਣਾਂ ਨੂੰ ਕਰੀਏ। ਜਪ ਕਲ ਸੁਜਸ ਨਾਨਕ ਗੁਰ, ਗੁਰੂ ਨਾਨਕ ਸਾਹਿਬ ਦਾ ਸ੍ਰੇਸ਼ਟ ਜਸ ਗਾਉਣਾ ਕਰ। ਸਹਿਜ ਜੋਗ ਜਨ ਮਾਣਿਓ। ਕੈਸੇ ਗੁਰੂ ਨਾਨਕ ਦੇਵ ਸਾਹਿਬ ਸਹਿਜ ਜੋਗ ਜਿਨ੍ਹਾਂ ਨੇ ਮਾਣਿਆ ਹੋਇਆ, ਸਹਿਜ ਜੋਗ ਸ਼ਾਂਤੀ ਸੁਭਾਅ ਵਾਲਾ ਜੋਗ ਕੀਤਾ ਜਿਨ੍ਹਾਂ ਨੇ, ਸ਼ਾਂਤੀ ਸੁਭਾਅ ਅਥਵਾ ਗਿਆਨ ਯੋਗ ਜਿਨ੍ਹਾਂ ਨੇ ਮਾਨਣਾ ਕੀਤਾ। ਹਠ ਯੋਗ ਨਹੀਂ, ਗਿਆਨ ਯੋਗ ਸਾਧ ਸੰਗਤ ਜੀ ਮੰਨਣ ਵਾਲੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਐਸੇ ਦੀਨ ਦਿਆਲ ਹਨ। ਹੇ ਮੇਰੇ ਭੱਟ ਵੀਰੋ, ਕਹਿ ਰਿਹਾ ਕੱਲ ਜੀ, ਐਸੇ ਗੁਰੂ ਨਾਨਕ ਸਾਹਿਬ ਦੇ ਗੁਣਾਂ ਨੂੰ ਗਾਇਨ ਕਰੋ। ਆਖੋ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਕਲ ਨਾਮੇ ਭੱਟ ਆਪਣੇ ਨਾਲ ਦੇ ਭੱਟ ਵੀਰਾਂ ਨੂੰ ਸੰਬੋਧਨ ਕਰ ਰਿਹਾ। ਆਪਣੇ ਕਹਿੰਦਾ ਸਰਾਪ ਦੀ ਨਿਵਰਤੀ ਤਾਂ ਹੋਣੀ ਜਪਣਾ ਕਰੋ, ਅਥਵਾ ਹੇ ਮੇਰੇ ਮਨ ਗੁਰੂ ਨਾਨਕ ਸਾਹਿਬ ਨੂੰ ਜਪਣਾ ਕਰੋ। ਸਭ ਤੋਂ ਵੱਡੇ ਸਤਿਗੁਰੂ ਨੇ, ਅਥਵਾ ਹੇ ਸੰਸਾਰ ਦੇ ਲੋਕੋ ਭਾਈ ਜਿਤਨੇ ਆਪਾਂ ਸਰਵਣ ਕਰ ਰਹੇ ਹਾਂ ਸਾਰੇ ਗੁਰੂ ਨਾਨਕ ਸਾਹਿਬ ਨੂੰ ਜਪਣਾ ਕਰੀਏ। ਅਤੇ ਨਾਲ ਨਾਲ ਬੇਨਤੀ ਕਰੀਏ, ਹੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਅਸੀਂ ਅਲਪੱਗ ਹਾਂ, ਅਣਜਾਣ ਹਾਂ, ਸਾਨੂੰ ਗਿਆਨ ਬੋਧ ਕੋਈ ਨਹੀਂ। ਜਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗੁਣ ਗਾਇਨ ਕਰਦੇ ਹਾਂ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਕਿਹਾ ਨਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਮੈਨੂੰ ਗਿਆਨ ਨਹੀਂ, ਕੋਈ ਬੋਧ ਨਹੀਂ, ਨਾ ਕਰਮ ਧਰਮ ਜਾਣਦਾ, ਬਸ ਸਾਡੀ ਤਾਂ ਰੱਖ ਲਓ। ਇਹ ਕਹਿਣਾ ਵੀ ਮਹਾਰਾਜ ਸਾਨੂੰ ਗਿਆਨ ਹੋ ਜਾਵੇ, ਤੁਹਾਡਾ ਬੋਧ ਹੋ ਜਾਵੇ, ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਭਰੋਸਾ ਵੱਧ ਜਾਵੇ। ਨਾਲ ਨਾਲ ਬੇਨਤੀਆਂ ਕਰਦੀਆਂ ਨੇ। ਐਸੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਹਨ। ਤੋ ਸਾਧ ਸੰਗਤ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਹੈ।
ਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡਾ ਗਾਵਿਆ ਸੁਣਿਆ ਥਾਏ ਪਵੇ। ਗੁਰੂ ਦੇ ਚਰਨਾਂ ਨਾਲ ਸਾਡੀ ਬਿਰਤੀ ਲੱਗੀ ਰਵੇ। ਅਰਦਾਸ ਕਰਨੀ ਆ। ਇੱਥੇ ਹੀ ਸਮਾਪਤੀ ਪਿਛਲੀਆਂ ਪੰਕਤੀਆਂ ਪੜ੍ਹ ਕੇ ਕਰਾਂਗੇ। ਕੱਲ੍ਹ ਇੱਕ ਸਬਜਿਆ ਰਹੇਗਾ ਉਹਦੀ ਵਿਚਾਰ, ਅਤੇ ਅਗਲੇ ਦਿਨ ਫਿਰ ਗੁਰੂ ਪਾਤਸ਼ਾਹ ਦਾ ਹੁਕਮ ਜੈਸਾ ਹੋਏਗਾ ਉਹ। ਅਤੇ ਨਾਲ ਨਾਲ ਸੰਗਤਾਂ ਨੂੰ ਦੱਸ ਦਈਏ, ਸਾਧ ਸੰਗਤ ਦੀ ਸੇਵਾਵਾਂ ਬੇਅੰਤ ਚੱਲ ਰਹੀਆਂ ਨੇ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨ ਕਮਲਾਂ 'ਤੇ ਅਤੀ ਦ੍ਰਿੜਤਾ ਰੱਖਣੇ ਵਾਲੇ ਗੁਰੂ ਨਾਨਕ ਸਾਹਿਬ ਦੇ ਚਰਨ ਕਮਲਾਂ ਦੇ ਭਵਰੇ ਮਹਾਂਪੁਰਸ਼ ਸਿੰਘ ਸਾਹਿਬ ਬਾਬਾ ਤੇਜਾ ਸਿੰਘ ਨਿਹੰਗ ਸਿੰਘ ਸਾਹਿਬ ਜੀ, ਉਹਨਾਂ ਦੀ ਸਾਧ ਸੰਗਤ ਦੀ ਪਾਵਨ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ 11 ਤਾਰੀਖ ਨੂੰ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਆਰੰਭ ਹੋਵੇਗੀ। ਆਪਾਂ ਸਾਰਿਆਂ ਨੇ ਬਾਣੀ ਸੁਣਨੀ ਆ, ਸੇਵਾ ਕਰਨੀ ਆ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਪਿਆਰੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਇਕੱਤਰ ਹੋਣਾ ਹੈ ਅਤੇ ਗੁਰੂ ਦੇ ਗੁਣ ਗਾਇਨ ਕਰਨਾ ਇਕੱਤਰ ਹੋ ਕਰਕੇ। ਭਾਈ ਗੁਰਦਾਸ ਜੀ ਲਿਖਦੇ ਨੇ, ਧੰਨ ਗੁਰੂ ਪਿਆਰੇ। ਧੰਨ ਹੀ ਗੁਰੂ ਦੇ, ਧੰਨ ਹੀ ਉਹਦੇ ਪਿਆਰੇ ਸਿੱਖ ਨੇ। ਧੰਨ ਗੁਰੂ ਪਿਆਰੇ। ਸੋ ਧੰਨ ਜੋ ਗੁਰੂ ਪਿਆਰੇ ਹਨ ਮਹਾਂਪੁਰਸ਼, ਉਹਨਾਂ ਦੀ ਯਾਦ ਆ ਰਹੀ ਸਤ ਸੰਗ ਜੀ। ਉਹਦੇ ਯਾਦ ਦੇ ਸੰਬੰਧ ਵਿੱਚ ਆਪਾਂ ਸਾਲਾਨਾ ਜੋ ਯਾਦ ਮਨਾਉਂਦੇ ਹਾਂ, ਉਹ ਕਿ 18ਵੀਂ ਯਾਦ ਹੈ। ਮਹਾਂਪੁਰਸ਼ਾਂ ਨੂੰ 18 ਸਾਲ ਹੋ ਗਏ ਨੇ। ਸਰੀਰ ਕਰਕੇ ਸਾਡੇ ਕੋਲ ਗਿਆ ਹੋਇਆ ਨੂੰ, ਸਾਡੇ ਵਿੱਚੇ ਰਹਿੰਦੇ ਨੇ, ਦੂਰ ਨਹੀਂ ਜਾਂਦੇ ਮਹਾਂਪੁਰਸ਼। ਉਹਦਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਨੇ। ਅਤੇ ਇੱਕ ਕੋਈ ਹਿੰਦੀ ਦਾ ਲਿਖਾਰੀ ਸੀ, ਉਹਨੇ ਲੇਖ ਲਿਖਿਆ, ਉਹਦਾ ਹੈਡਿੰਗ ਸੀ, ਕੌਣ कहता है संत गुजर जाते हैं, कौन कहता है संत गुजर जाते हैं, वो तो दरियाए होते हैं, समुद्र में समाए जाते हैं। ਸਮੁੰਦਰ ਵਿੱਚ ਸਮਾ ਜਾਂਦੇ ਨੇ, ਦਰਿਆ ਹੁੰਦੇ ਨੇ ਸੰਤ ਤਾਂ, ਗੁਜ਼ਰਦੇ ਨਹੀਂ। ਉਹ ਪਰਮੇਸ਼ਰ ਰੂਪ ਦਰਿਆ ਵਿੱਚ ਸਮਾਏ ਹੁੰਦੇ ਨੇ। ਅਤੇ ਜਦੋਂ ਕਿਤੇ ਲੋੜ ਪਵੇ ਸੰਸਾਰ 'ਤੇ, ਫਿਰ ਉਹਨਾਂ ਦੀ ਜੋਤ ਹਾਜ਼ਰ। ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਸਰੀਰ ਕਰਕੇ ਭਾਵੇਂ ਸਾਡੇ ਕੋਲ ਗਏ ਹੋਣ, ਵੈਸੇ ਸਾਡੇ ਵਿੱਚ ਵਿਚਰਦੇ ਨੇ। ਅਤੇ ਸਾਧ ਸੰਗਤ ਜੀ, ਅਸੀਂ ਤਾਂ ਸਾਰੇ ਇਹ ਕਹਿ ਰਹੇ ਹਾਂ ਜਿਹਨੇ ਸੇਵਾਦਾਰ ਆ, ਜਿਹੜੀਆਂ ਉਹਨਾਂ ਦੀਆਂ ਸੇਵਾਵਾਂ ਚੱਲਦੀਆਂ ਹੈ, ਅਸੀਂ ਉਹਨਾਂ ਦੇ ਵਿੱਚ, ਸਾਡੀ ਬੁੱਧੀ ਹੈ ਨੇ, ਐਡੀਆਂ ਵੱਡੀਆਂ ਸੇਵਾਵਾਂ ਨੇ ਕਰਵਾ ਰਹੇ ਨੇ। ਉਹ ਆਪ ਹਾਜ਼ਰ ਨਾਜ਼ਰ ਹੋ ਕੇ ਸਾਰੀਆਂ ਸੇਵਾਵਾਂ ਕਰਵਾ ਰਹੇ ਨੇ। ਹਾਜ਼ਰ ਨੇ, ਪ੍ਰਤੱਖ ਰੂਪ ਨੇ ਮਹਾਤਮਾ ਲੋਕ। ਤੋ ਸਾਧ ਸੰਗਤ ਜੀ, ਉਹਨਾਂ ਦੀ ਪਾਵਨ ਪਵਿੱਤਰ ਯਾਦ ਗੁਰਸਿੱਖ ਮਹਾਤਮਾ ਮਹਾਂਪੁਰਸ਼ ਬਾਬਾ ਤੇਜਾ ਸਿੰਘ ਜੀ ਨਿਹੰਗ ਸਿੰਘ ਸਾਹਿਬ, ਉਹਨਾਂ ਦੀ ਪਿਆਰੀ ਯਾਦ ਨੂੰ ਮੁੱਖ ਰੱਖਦਾ ਹੋਇਆ ਅਖੰਡ ਪਾਠ ਸਾਹਿਬਾਂ ਦੀ ਲੜੀ 11 ਤਰੀਕ ਤੋਂ ਆਰੰਭ ਹੋਣੀ ਹੈ। ਆਪਾਂ ਸਾਰਿਆਂ ਨੇ ਅਤੀ ਭਾਵਨਾ ਨਾਲ ਸੇਵਾ ਕਰਨੀ। ਗੁਰੂ ਪੰਥ ਅਥਵਾ ਗੁਰੂ ਨਾਨਕ ਸਾਹਿਬ ਮਹਾਰਾਜ, ਇਹ ਗੁਰੂ ਪੰਥ ਖਾਲਸੇ ਦੀਆਂ ਮਹਾਂਪੁਰਸ਼ਾਂ ਦੀਆਂ ਅਸੀਸਾਂ ਪ੍ਰਾਪਤ ਕਰਨੀਆਂ ਨੇ। ਨਿਤਾ ਪ੍ਰਾਪਤ ਦੇ ਸੰਬੰਧ ਵਿੱਚ ਹੀ ਕਥਾ ਚੱਲ ਰਹੀ ਹੈ। ਕਥਾ ਸਰਵਣ ਕਰਿਆ ਕਰੀਏ, ਅਤੇ ਨਾਲ ਨਾਲ ਸਾਧ ਸੰਗਤ ਜੀ ਬੇਅੰਤ ਸੇਵਾ ਸਿੰਘ ਕਰ ਰਹੇ ਨੇ। ਸੇਵਾ 'ਚ ਵੀ ਹਾਜ਼ਰ ਹੋਇਆ ਕਰੀਏ। ਮਾਈਆਂ ਬੀਬੀਆਂ ਵਿਚਾਰੀਆਂ ਮਿੱਟੀ ਲਾ ਰਹੀਆਂ ਨੇ। ਹੋਰ ਕਿਤਨੀ ਯਾਨੀ ਕਿ ਮੋਰਚਾ ਕਾਫੀ ਸੀਗਾ, ਗੁਰੂ ਪਾਤਸ਼ਾਹ ਨੇ ਆਪੇ ਕਰਵਾਇਆ। ਇਹ ਸਾਰੀਆਂ ਸੇਵਾਵਾਂ ਵਿੱਚ ਹਾਜ਼ਰ ਹੋ ਕਰਕੇ ਸੇਵਾਵਾਂ ਵਿੱਚ ਆਪਾਂ ਆਪਣੇ ਜੀਵਨ ਨੂੰ ਸਫਲਾ ਕਰੀਏ। ਤੋ ਸਾਰੇ ਦਿਨ ਸਾਧ ਸੰਗਤ ਜੀ, ਜਿਤਨੇ ਵੀ ਦਿਨ ਸਮਾਗਮ ਚੱਲਣਾ ਹੈ, ਅਤੀ ਸ਼ਾਂਤੀ ਭਾਵ ਨਾਲ ਬਾਣੀ ਸਰਵਣ ਕਰਨੀ, ਵੱਧ ਤੋਂ ਵੱਧ ਸੇਵਾ ਕਰਨੀ ਹੈ। ਇਸ ਪ੍ਰਕਾਰ ਦੀ ਸੇਵਾ ਕੋਈ ਕਰ ਸਕਦਾ, ਉਹ ਹਾਜ਼ਰੀਆਂ ਭਰ ਕੇ ਗਰੀਬ ਨਵਾਜ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ, ਗੁਰੂ ਕੇ ਪਿਆਰੇ ਮਹਾਂਪੁਰਸ਼ਾਂ ਦੀਆਂ ਅਥਵਾ ਖਾਲਸਾ ਪੰਥ ਦੀਆਂ ਸਾਧ ਸੰਗਤ ਜੀ ਅਸੀਸਾਂ ਪ੍ਰਾਪਤ ਕਰਨੀਆਂ ਨੇ। ਕੁਝ ਕੁ ਸਮਾਗਮ ਸੰਕੋਚਮਾ ਵੀ ਹੈ, ਅਤੇ ਫਿਰ ਵੀ ਜਿਹੜੇ ਗੁਰਾਂ ਦੇ ਪਿਆਰੇ ਆ, ਉਹ ਜ਼ਰੂਰ ਆਪਾਂ ਨੂੰ ਦਰਸ਼ਨਦਾਰੇ ਬਖਸ਼ਿਸ਼ ਕਰਨਗੇ। ਕੱਲ੍ਹ ਗਿਆਨੀ ਜੀ ਹੋਏ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਪੋਤਰੇ ਪੰਥ ਦੇ ਮਹਾਨ ਵਿਦਵਾਨ, ਅਤੇ ਉਹਨਾਂ ਨਾਲ ਉਸ ਦਿਨ ਦਾ ਸਮਾਂ ਵੀ ਕੀਤਾ ਹੈ। ਕਹਿੰਦੇ ਵੀ ਮਹਾਂਪੁਰਸ਼ਾਂ ਦੇ ਜ਼ਰੂਰ ਹਾਜ਼ਰੀ ਭਰਨੀ ਹੈ। ਕਿ ਇੱਧਰ ਹੀ ਨੇ ਹੁਕਮਨਾਮੇ ਦੀ ਕਥਾ ਸਾਨੂੰ ਗਿਆਨੀ ਅਵਤਾਰ ਸਿੰਘ ਜੀ ਉਹ ਉਸ ਦਿਨ ਸੁਣਾਉਣਗੇ। ਆਪੇ ਕਿਹਾ ਵੀ ਮੈਂ ਜ਼ਰੂਰ ਆਊਂ, ਮੈਂ ਹੈ ਦੂਰ ਕਿਤੇ। ਗਿਆਨੀ ਜੀ ਕਹਿੰਦੇ ਮਹਾਂਪੁਰਸ਼ਾਂ ਨਾਲ ਪਿਆਰ ਸੀ, ਮੈਂ ਜ਼ਰੂਰ ਹਾਜ਼ਰੀਆਂ ਭਰਾਂਗਾ। ਸੋ ਐਸੇ ਹੋਰ ਮਹਾਂਪੁਰਸ਼ ਵੀ ਆਪਾਂ ਨੂੰ ਦਰਸ਼ਨਦਾਰੇ ਉਸ ਦਿਨ ਬਖਸ਼ਿਸ਼ ਕਰਨਗੇ। ਸਾਧ ਸੰਗਤ ਜੀ, ਕੱਲ੍ਹ ਬਾਬਾ ਜੋਗਿੰਦਰ ਸਿੰਘ ਸਾਹਿਬ, ਬਾਬਾ ਬੁੱਢੇ ਦਲ ਦੇ ਮੁਖੀ ਜੀ,
ਉਹਨਾਂ ਵਿਚਾਰ ਹੋਈ, ਉਹ ਵੀ ਜ਼ਰੂਰ ਦਰਸ਼ਨ ਦੇਣਗੇ। ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕਰਨਗੇ ਗੁਰੂ ਕਾ ਪੰਥ, ਗੁਰੂ ਕੇ ਗੁਣੇ ਗਿਆਨੀ ਸਾਧ ਸੰਗ ਜੀ। ਕਿਉਂਕਿ ਗੁਰੂ ਪੰਥ ਦੇ ਸੇਵਾਦਾਰ ਸਨ ਨਾ ਮਹਾਂਪੁਰਸ਼, ਤਾਂ ਕਰਕੇ ਗੁਰੂ ਪੰਥ ਦੀਆਂ ਮਹਾਨ ਹਸਤੀਆਂ ਨੇ, ਉਹਨਾਂ ਨੇ ਵੀ ਇੱਥੇ ਦਰਸ਼ਨ ਦਿਦਾਰੇ ਬਖਸ਼ ਕਰਨੇ, ਸੰਗਤਾਂ ਨੂੰ ਦਰਸ਼ਨ ਦੇਣੇ, ਸੰਗਤਾਂ ਦੇ ਦਰਸ਼ਨ ਕਰਨੇ। ਇਸ ਕਰਕੇ ਆਪਣਾ ਹਾਜ਼ਰੀਆਂ ਭਰਨੀਆਂ ਸਾਰਿਆਂ ਨੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ। ਇੱਥੇ ਸਮਾਪਤੀ ਆ। ਭੁੱਲਾਂ ਚੁੱਕਾਂ ਦੀ ਖਿਮਾ ਕਰਿਓ ਜੀ। ਬ੍ਰਹਮੰਡ ਖੰਡ ਪੂਰਨ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ। ਜਪ ਕਲ ਸੁਜਾਸ ਨਾਨਕ ਨਾਨਕ ਗੁਰ ਸਹਿਜ ਜੋਗ ਜਨ ਮਾਣਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।